सत श्री अकाल दर्शकों, हैल्थ टाइम के इस खास प्रोग्राम में तुहाडा सारिਆਂ ਦਾ स्वागत है। ਅੱਜ ਅਸੀਂ IVY हॉस्पिटल मोहाली ਵਿੱਚ ਹਾਂ, ਜਿੱਥੇ ਅਸੀਂ ਗੱਲਬਾਤ ਕਰਾਂਗੇ ਵੱਖ-ਵੱਖ ਡਾਕਟਰਸ ਦੇ ਨਾਲ। ਤੇ ਚਲੋ ਸਭ ਤੋਂ ਪਹਿਲਾਂ ਅਸੀਂ ਗੱਲਬਾਤ ਕਰਦੇ ਹਾਂ ਡਾਕਟਰ ਰਮਨ ਸਿੰਗਲਾ ਤੇ ਡਾਕਟਰ ਰਿਮੀ ਸਿੰਗਲਾ ਦੇ ਨਾਲ। ਡਾਕਟਰ ਰਮਨ, ਜਿੱਦਾਂ ਕਿ ਪਹਿਲੇ ਚੀਰੇ ਵਾਲੇ ਆਪਰੇਸ਼ਨ ਕੀਤੇ ਜਾਂਦੇ ਸੀ ਤੇ ਹੁਣ ਉਹਦੀ ਜਗ੍ਹਾ ਲੈਪਰੋਸਕੋਪੀ ਨੇ ਲੈ ਲਈ ਹੈ, ਤੇ ਲੈਪਰੋਸਕੋਪੀ ਜਿਹੜੀ ਟੈਕਨੀਕ ਹੈ ਉਹ ਇਸ ਤੋਂ ਕਿੰਨੀ ਡਿਫਰੈਂਟ ਹੈ ਤੇ ਇਹਦੀ ਕੀ ਐਡਵਾਂਟੇजेस ਹਨ? ਲੈਪਰੋਸਕੋਪੀ ਦੇ ਜੋ ਪਹਿਲਾਂ ਚੀਰੇ ਵਾਲੇ ਆਪਰੇਸ਼ਨ ਸੀ ਉਹਨਾਂ ਦੇ ਉੱਪਰ ਬਹੁਤ ਜ਼ਿਆਦਾ ਫਾਇਦੇ ਹਨ। ਜਿਸ ਤਰ੍ਹਾਂ ਇਸ ਦਾ ਨਾਮ ਹੀ ਦੱਸਦਾ ਹੈ, ਮਿਨੀਮਲ ਇਨਵੇਸਿਵ ਸਰਜਰੀ। ਜੋ ਬੋਡੀ ਨੂੰ ਇਨਵੇਜਨ ਹੈ, ਬੋਡੀ ਨੂੰ ਟਰਾਮਾ ਹੈ, ਉਹ ਮਿਨੀਮਾਈਜ਼ ਹੋ ਜਾਂਦਾ ਹੈ। ਬਹੁਤ ਘੱਟ ਛੋਟੇ ਜਿਹੇ ਚੀਰੇ ਨਾਲ ਅੱਧਾ ਸੈਂਟੀਮੀਟਰ ਜਾਂ 1 ਸੈਂਟੀਮੀਟਰ ਦੇ ਚੀਰੇ ਨਾਲ ਆਪਾਂ ਆਪਰੇਸ਼ਨ ਕਰ ਸਕਦੇ ਹਾਂ। ਮਰੀਜ਼ ਨੂੰ ਤਕਲੀਫ ਬਹੁਤ ਘੱਟ ਹੁੰਦੀ ਹੈ। ਸਰਜਰੀ ਤੋਂ ਬਾਅਦ ਜੋ ਦਰਦ ਹੁੰਦਾ ਹੈ, ਜੋ ਪਹਿਲਾਂ ਪੇਸ਼ੈਂਟ ਹਫਤਾ ਦਰਦ ਵਿੱਚ ਪਏ ਰਹਿੰਦੇ ਸੀ, ਉਹ ਦਰਦ ਬਿਲਕੁਲ ਨਹੀਂ ਹੁੰਦਾ। ਪੇਸ਼ੈਂਟ ਅਗਲੇ ਦਿਨ ਆਪਣੇ ਘਰ ਚਲਾ ਜਾਂਦਾ ਹੈ। ਜੋ ਪਹਿਲਾਂ ਹਫਤਾ ਪੇਸ਼ੈਂਟ ਐਡਮਿਟ ਰਹਿੰਦਾ ਸੀ, ਉਹ ਸਭ ਨਹੀਂ ਹੁੰਦਾ। ਪੇਸ਼ੈਂਟ ਵਾਪਸ ਆਪਣੇ ਘਰ ਕੰਮ 'ਤੇ ਬਹੁਤ ਜਲਦੀ ਜਾ ਸਕਦਾ ਹੈ। ਉਸਦਾ ਜੋ ਕਮਾਈ ਦਾ ਸਾਧਨ ਹੁੰਦਾ, ਜੋ ਪਹਿਲਾਂ ਪੇਸ਼ੈਂਟ ਮਹੀਨਾ ਕੰਮ 'ਤੇ ਨਹੀਂ ਜਾ ਸਕਦੇ ਸੀ ਆਪਰੇਸ਼ਨ ਤੋਂ ਬਾਅਦ, ਉਹ ਹੁਣ 5-7 ਦਿਨ ਦੇ ਵਿੱਚ ਆਪਣੇ ਕੰਮ 'ਤੇ ਵਾਪਸ ਜਾ ਸਕਦੇ ਨੇ। ਅਤੇ ਇਸ ਤਰ੍ਹਾਂ ਦੇ ਹਰ ਤਰ੍ਹਾਂ ਦੇ ਫਾਇਦੇ ਜਿਹੜੇ ਲੈਪਰੋਸਕੋਪੀ ਹੈ ਉਹ ਕਨਵੈਨਸ਼ਨਲ ਓਪਨ ਸਰਜਰੀ, ਜਿਸ ਨੂੰ ਆਪਾਂ ਚੀਰੇ ਵਾਲਾ ਆਪਰੇਸ਼ਨ ਕਹਿੰਦੇ ਹਾਂ, ਉਹਦੇ ਉੱਪਰੋਂ ਦਿੰਦਾ ਹੈ। ਡਾਕਟਰ ਰਮਨ, ਅੱਜ ਦੇ ਟਾਈਮ ਵਿੱਚ ਸਕਾਰਲੈਸ ਸਰਜਰੀ ਯੂਜ਼ ਕੀਤੀ ਜਾ ਰਹੀ ਹੈ, ਜਿਹਨੂੰ ਕਿ ਲੈਪਰੋਸਕੋਪੀ ਤੋਂ ਵੀ ਉੱਪਰ ਮੰਨਿਆ ਜਾਂਦਾ ਹੈ, ਉਹ ਕੀ ਹੈ? ਨਿਸ਼ਾਨ ਰਹਿਤ ਸਰਜਰੀ ਜਾਂ ਸਕਾਰਲੈਸ ਸਰਜਰੀ ਬੇਸਿਕਲੀ ਇਹ ਲੇਟੈਸਟ ਟੈਕਨੀਕ ਹੈ, ਜਿਹਨੂੰ ਅਸੀਂ ਸਿਲਸ ਕਹਿੰਦੇ ਹਾਂ, ਸਿੰਗਲ ਇਨਸੀਜਨ ਲੈਪਰੋਸਕੋਪਿਕ ਸਰਜਰੀ। ਰੂਟੀਨ ਲੈਪਰੋਸਕੋਪੀ ਸਰਜਰੀ ਦੇ ਵਿੱਚ ਅਸੀਂ 3 ਜਾਂ 4 ਕੱਟਸ ਦੇ ਕੇ ਸਰਜਰੀ ਕਰਦੇ ਹਾਂ ਬੋਡੀ ਦੇ ਉੱਪਰ। ਸਿਲਸ ਦੇ ਵਿੱਚ, ਜਾਂ ਜਿਸ ਨੂੰ ਅਸੀਂ ਪ੍ਰੈਕਟੀਕਲੀ ਸਕਾਰਲੈਸ ਸਰਜਰੀ ਕਹਿੰਦੇ ਹਾਂ, ਉਹਦੇ ਵਿੱਚ ਇੱਕ ਸਿੰਗਲ ਕੱਟ ਦਿੱਤਾ ਜਾਂਦਾ ਹੈ, 1 ਤੋਂ 1.5 ਸੈਂਟੀਮੀਟਰ ਦਾ ਕੱਟ ਅੰਬਲਾਈਕਸ ਜਾਂ ਨਾਭੀ ਦੇ ਵਿੱਚ ਦੇ ਕੇ ਉਸ ਦੇ ਅੰਦਰ, ਜੋ ਕਿ ਬਾਅਦ ਦੇ ਵਿੱਚ ਦਿਖਦਾ ਵੀ ਨਹੀਂ ਹੈ, ਜਿਸ ਕਾਰਨ ਅਸੀਂ ਇਸ ਨੂੰ ਸਕਾਰਲੈਸ ਸਰਜਰੀ ਕਹਿੰਦੇ ਹਾਂ, ਉਸ ਦੇ ਵਿੱਚ ਛੋਟਾ ਜਿਹਾ ਕੱਟ ਦੇ ਕੇ 1 ਤੋਂ 1.5 ਸੈਂਟੀਮੀਟਰ ਦਾ ਸਾਰੇ ਆਪਰੇਸ਼ਨ, ਜੋ ਪਿੱਤੇ ਦੀ ਪੱਥਰੀ ਦਾ ਜਾਂ ਅੰਡੇਦਾਨੀ ਦੀ ਰਸੌਲੀ ਦਾ, ਇਹ ਸਭ ਆਪਰੇਸ਼ਨ ਉਸ ਦੇ ਦੁਆਰਾ ਕੀਤੇ ਜਾਂਦੇ ਹਨ। ਪਹਿਲਾਂ ਵਾਲੇ 3 ਜਾਂ 4 ਕੱਟ ਦੀ ਬਜਾਏ ਸਿੰਗਲ 1 ਕੱਟ, ਜੋ ਕਿ ਬਾਅਦ ਦੇ ਵਿੱਚ ਪ੍ਰੈਕਟੀਕਲੀ ਦਿਖਦਾ ਵੀ ਨਹੀਂ ਹੈ, ਜਿਸ ਕਰਕੇ ਅਸੀਂ ਇਹਨੂੰ ਸਕਾਰਲੈਸ ਸਰਜਰੀ ਕਹਿੰਦੇ ਹਾਂ। ਸਿਰਫ ਉਸ ਛੋਟੇ ਜਿਹੇ ਕੱਟ ਦੇ ਵਿੱਚੋਂ ਦੂਰਬੀਨ ਅਤੇ ਜੋ ਇੰਸਟਰੂਮੈਂਟ ਸਰਜਰੀ ਕਰਨ ਵਾਸਤੇ ਚਾਹੀਦੇ ਨੇ, ਉਹ ਉਸੇ ਵਿੱਚੋਂ ਪਾ ਕੇ ਸਰਜਰੀ ਕਰਦੇ ਹਾਂ, ਅਤੇ ਉਸ ਤੋਂ ਬਾਅਦ ਆਪਰੇਸ਼ਨ ਖਤਮ ਕਰਕੇ ਆਪਣੇ ਆਪ ਘੁਲਣ ਵਾਲੇ ਟਾਂਕੇ ਉਸ ਦੇ ਉੱਪਰ ਲਗਾਏ ਜਾਂਦੇ ਹਨ, ਜੋ ਕਿ ਬਾਅਦ ਦੇ ਵਿੱਚ ਦਿਖਦੇ ਵੀ ਨਹੀਂ। ਪ੍ਰੈਕਟੀਕਲੀ ਅਸੀਂ ਇਸ ਨੂੰ ਸਕਾਰਲੈਸ ਸਰਜਰੀ ਕਹਿੰਦੇ ਹਾਂ। ਡਾਕਟਰ ਰਮਨ, ਵੇਟ ਲੂਜ਼ ਸਰਜਰੀ ਜਾਂ ਬਾਇਓਟ੍ਰਿਕ ਸਰਜਰੀ ਵਿੱਚ ਲੈਪਰੋਸਕੋਪੀ ਦਾ ਕੀ ਰੋਲ ਹੈ? ਲੈਪਰੋਸਕੋਪੀ ਦੇ ਨਾਲ ਜੋ ਲੇਟੈਸਟ ਵੇਟ ਲਾਸ ਸਰਜਰੀ, ਜਾਂ ਜਿਸ ਨੂੰ ਅਸੀਂ ਬੈਰੀਟ੍ਰਿਕ ਸਰਜਰੀ ਕਹਿੰਦੇ ਹਾਂ, ਜਾਂ ਮੋਟਾਪੇ ਵਾਲੀ ਸਰਜਰੀ, ਇਹ ਉਹਨਾਂ ਪੇਸ਼ੈਂਟਸ ਵਾਸਤੇ ਹੁੰਦੀ ਹੈ ਜੋ ਮੋਰਬਿਡਲੀ ਓਬੀਜ਼ ਨੇ। ਮੋਰਬਿਡਲੀ ਓਬੀਜ਼ ਮਤਲਬ ਉਹਨਾਂ ਦਾ ਮੋਟਾਪਾ ਇੰਨਾ ਜ਼ਿਆਦਾ ਹੈ ਕਿ ਮੋਟਾਪੇ ਦੇ ਕਾਰਨ ਹੀ ਹੋਰ ਉਹਨਾਂ ਨੂੰ ਕਈ ਬਿਮਾਰੀਆਂ ਉਸ ਦੇ ਨਾਲ ਲੱਗ ਜਾਂਦੀਆਂ ਨੇ। ਮੋਰਬਿਡਲੀ ਓਬੀਜ਼ ਨੂੰ ਅਸੀਂ ਇਸ ਤਰ੍ਹਾਂ ਡਿਫਾਈਨ ਕਰਦੇ ਹਾਂ, ਉਸ ਨੂੰ ਬਾਡੀ ਮਾਸ ਇੰਡੈਕਸ ਦੇ ਨਾਲ ਡਿਫਾਈਨ ਕੀਤਾ ਜਾਂਦਾ ਹੈ ਕਿ ਵੇਟ ਪੇਸ਼ੈਂਟ ਦਾ ਇਨ ਕਿਲੋਗ੍ਰਾਮਸ ਡਿਵਾਈਡਡ ਬਾਈ ਹਾਈਟ ਇਨ ਮੀਟਰ ਸਕੁਏਅਰਸ। ਇਹ ਇੱਕ ਇੰਡੈਕਸ ਮੰਨਿਆ ਜਾਂਦਾ ਹੈ ਮੋਟਾਪੇ ਦਾ। ਜੇ ਇਹ BMI ਜਾਂ ਬਾਡੀ ਮਾਸ ਇੰਡੈਕਸ 40 ਤੋਂ ਉੱਪਰ ਹੈ ਜਾਂ 35 ਤੋਂ ਜ਼ਿਆਦਾ ਹੈ, ਹੋਰ ਬਿਮਾਰੀਆਂ ਦੇ ਨਾਲ, ਮੈਡੀਕਲ ਡਿਜ਼ੀਜ਼ਸ ਦੇ ਨਾਲ, ਜਿਸ ਤਰ੍ਹਾਂ ਕਿ ਹਾਈਪਰਟੈਂਸ਼ਨ ਜਾਂ ਡਾਇਬਟੀਜ਼ ਜਾਂ ਕੁਛ ਐਸੀਆਂ ਬਿਮਾਰੀਆਂ, ਕਹਿਣ ਦਾ ਭਾਵ ਇਹ ਹੈ ਕਿ ਅਗਰ BMI ਪੇਸ਼ੈਂਟ ਦਾ 40 ਤੋਂ ਉੱਪਰ ਹੈ ਜਾਂ 35 ਤੋਂ ਉੱਪਰ ਹੈ ਵਿਦ ਕੋਮੋਰਬਿਡਿਟੀਜ਼, ਹੋਰ ਬਿਮਾਰੀਆਂ ਦੇ ਨਾਲ, ਉਹਨਾਂ ਦੇ ਵਿੱਚ ਬੈਰੀਟ੍ਰਿਕ ਸਰਜਰੀ ਜਾਂ ਲੈਪਰੋਸਕੋਪਿਕ ਬੈਰੀਟ੍ਰਿਕ ਸਰਜਰੀ ਦਾ ਇੱਕ ਮੇਜਰ ਰੋਲ ਹੈ। ਲੈਪਰੋਸਕੋਪਿਕ ਬੈਰੀਟ੍ਰਿਕ ਸਰਜਰੀ ਦੇ ਵਿੱਚ 2-3 ਤਰ੍ਹਾਂ ਦੀਆਂ ਸਰਜਰੀਜ਼ ਕੀਤੀਆਂ ਜਾਂਦੀਆਂ ਨੇ, ਜਿਵੇਂ ਗੈਸਟ੍ਰਿਕ ਬੈਂਡਿੰਗ, ਗੈਸਟ੍ਰਿਕ ਬਾਈਪਾਸ ਅਤੇ ਸਲੀਵ ਰਿਸੈਕਸ਼ਨ। ਇਹ ਤਿੰਨੇ ਆਪਰੇਸ਼ਨ ਜੋ ਹੈ ਪੇਸ਼ੈਂਟ ਦੇ ਵਿੱਚ, ਪੇਸ਼ੈਂਟ ਨੂੰ ਵੇਟ ਲੂਜ਼ ਕਰਨ ਦੇ ਵਿੱਚ, ਇੱਕ ਪਰਮਾਨੈਂਟ ਵੇਟ ਲਾਸ ਕਰਨ ਦੇ ਵਿੱਚ ਬਹੁਤ ਹੈਲਪਫੁਲ ਨੇ। ਸਪੈਸ਼ਲੀ ਕਿਉਂਕਿ ਮੋਰਬਿਡਲੀ ਓਬੀਜ਼ ਜਿਹੜੇ ਪੇਸ਼ੈਂਟ ਹੁੰਦੇ ਨੇ, ਇੰਨੇ ਮੋਟੇ ਪੇਸ਼ੈਂਟ ਹੁੰਦੇ ਨੇ, ਉਹ ਸੋਸ਼ਲੀ ਕੱਟ ਆਫ ਹੋ ਜਾਂਦੇ ਨੇ, ਆਪਣੀ ਲਾਈਫ ਬਿਲਕੁਲ ਨਹੀਂ ਜੀ ਪਾਉਂਦੇ ਨੇ, ਉਹ ਆਪਣੇ ਘਰ ਦੇ ਵਿੱਚ ਹੀ ਬੈਠੇ ਰਹਿੰਦੇ ਨੇ, ਆਪਣੇ ਆਪ ਨੂੰ ਉਹਨਾਂ ਨੂੰ ਹੀਨ ਭਾਵਨਾ ਆਉਣੀ ਸ਼ੁਰੂ ਹੋ ਜਾਂਦੀ ਹੈ, ਅਤੇ ਉਸ ਦੇ ਨਾਲ 4 ਬਿਮਾਰੀਆਂ ਉਹਨਾਂ ਨੂੰ ਹੋਰ ਲੱਗ ਜਾਂਦੀਆਂ ਨੇ, ਡਾਇਬਟੀਜ਼, ਹਾਈਪਰਟੈਂਸ਼ਨ, ਸਲੀਪ ਐਪਨੀਆ, ਇਹ ਸਾਰੀਆਂ ਮੋਟਾਪੇ ਦੇ ਕਾਰਨ ਉਹਨਾਂ ਨੂੰ ਲੱਗ ਜਾਂਦੀਆਂ ਨੇ। ਡਾਕਟਰ ਰਿਮੀ, ਸਭ ਤੋਂ ਪਹਿਲਾਂ ਮੈਂ ਤੁਹਾਨੂੰ ਪੁੱਛਣਾ ਚਾਹਾਂਗੀ ਕਿ ਬਾਂਝਪਨ ਕੀ ਹੁੰਦਾ ਹੈ ਤੇ ਇਹਦੇ ਮੁੱਖ ਕੀ ਕਾਰਨ ਹੁੰਦੇ ਹਨ? ਬਾਂਝਪਨ ਦੇਖੋ, ਇੱਕ ਇਹ ਜੀ ਜਿਹਨੂੰ ਮੈਂ ਕਹੂੰਗੀ, ਇਹ ਨਹੀਂ ਮੈਂ ਕਹੂੰਗੀ ਕਿ ਬਿਮਾਰੀ ਹੈ। ਬਾਂਝਪਨ ਲਗਾ ਲਓ ਕਿ ਅਸੀਂ ਇਹਨਾਂ ਲੋਕਾਂ ਨੂੰ ਕਹਿ ਸਕਦੇ ਹਾਂ ਕਿ ਜਿਨ੍ਹਾਂ ਦਾ ਵਿਆਹ ਹੋਏ ਨੂੰ 1 ਸਾਲ ਜਾਂ 2 ਸਾਲ ਹੋ ਚੁੱਕੇ ਹੈ, ਪਰ ਲੇਕਿਨ ਉਹ ਰੈਗੂਲਰ ਇੰਟਰਕੋਰਸ ਤੋਂ ਬਾਅਦ ਉਹਨਾਂ ਦੇ ਬੱਚਾ ਨਹੀਂ ਠਹਿਰ ਰਿਹਾ, ਉਹਨੂੰ ਅਸੀਂ ਬਾਂਝਪਨ ਲੇਬਲ ਕਰਦੇ ਹਾਂ, ਜਿਹਨੂੰ ਕਿ ਅਸੀਂ ਇਨਫਰਟੀਲਿਟੀ ਬੋਲਦੇ ਹਾਂ। ਠੀਕ ਹੈ, ਲੇਕਿਨ ਬਾਂਝਪਨ ਇਹ ਹੈ ਕਿ ਉਹਦੇ ਬਹੁਤ ਸਾਰੇ ਕਾਰਨ ਹੋ ਸਕਦੇ ਨੇ ਕਿ ਬਾਂਝਪਨ ਕਿਉਂ ਹੁੰਦਾ ਹੈ। ਬਾਂਝਪਨ ਦੇ ਬਹੁਤ ਸਾਰੇ ਕਾਰਨ ਹੁੰਦੇ, ਜਿਵੇਂ ਕਿ ਟਿਊਬਾਂ ਵੀ ਉਹਦੀਆਂ ਖਰਾਬ ਹੋ ਸਕਦੀਆਂ ਨੇ, ਹੋ ਸਕਦਾ ਉਹਦਾ ਅੰਡੇਦਾਨੀ ਦੇ ਵਿੱਚ ਅੰਡਾ ਹੀ ਨਹੀਂ ਪ੍ਰੋਪਰ ਬਣ ਰਿਹਾ, ਜਾਂ ਫਿਰ ਹੋ ਸਕਦਾ ਹੈ ਕਿ ਉਹਦੇ ਬੱਚੇਦਾਨੀ ਦੇ ਅੰਦਰ ਕੋਈ ਰਸੌਲੀ ਪਈ ਹੈ, ਜਾਂ ਬੱਚੇਦਾਨੀ ਦੇ ਮੂੰਹ 'ਤੇ ਕੋਈ ਰਸੌਲੀ ਪਈ ਹੈ,
ਜਾਂ ਬੱਚੇਦਾਨੀ ਦੇ ਮੂੰਹ ਦਾ ਜਿਹੜਾ ਰਸਤਾ ਹੈਗਾ ਉਹ ਬੰਦ ਪਿਆ ਹੈ। ਮਤਲਬ ਬਹੁਤ ਸਾਰੇ ਕਾਰਨ ਹੋ ਸਕਦੇ ਆ ਕਿ ਹਾਂ ਬੱਚਾ ਉਹਦੇ ਕਿਉਂ ਨਹੀਂ ਹੋ ਰਿਹਾ। ਤੇ ਇਹ ਜੇ ਬਹੁਤ ਸਾਰੇ ਮਰੀਜ਼ ਸਾਡੇ ਕੋਲ ਰੈਗੂਲਰ ਆਉਂਦੇ ਨੇ ਕਿ ਹਾਂ ਇਨਫਰਟੀਲਿਟੀ ਵਾਸਤੇ ਕਿ ਸਾਨੂੰ ਮੈਡਮ ਇਹਦੇ ਵਾਸਤੇ ਥੋੜਾ ਜਿਹਾ ਅੱਗੇ ਡਿਟੇਲ ਦੇ ਵਿੱਚ ਦੱਸੋ ਕਿ ਇਹ ਹੁੰਦਾ ਕੀ ਹੈ ਬੇਸਿਕਲੀ। ਇਹ ਮਤਲਬ ਅੱਜ ਕਾਫੀ ਜ਼ਿਆਦਾ ਕਾਮਨ ਹੋ ਰਿਹਾ ਹੈ। ਇੱਕ ਤਾਂ ਦੇਖੋ ਅੱਜ ਕੱਲ੍ਹ ਜਿੰਨੀਆਂ ਵੀ ਲੇਡੀਜ਼ ਹੈ ਗਰਲਸ ਹੈਗੀਆਂ ਨੇ, ਸਾਰੀਆਂ ਗਰਲਸ ਜ਼ਿਆਦਾ ਤੋਂ ਵਰਕਿੰਗ ਹੈ, ਠੀਕ ਹੈ। ਬਹੁਤ ਘੱਟ ਲੇਡੀਜ਼ ਹੈਗੀਆਂ ਨੇ ਜਿਹੜੀਆਂ ਹਾਊਸ ਵਾਈਫਸ ਹੈਗੀਆਂ ਨੇ। ਜਦੋਂ ਵਰਕਿੰਗ ਹੈਗੀਆਂ ਤੇ ਉਹਨਾਂ ਦੇ ਸਟ੍ਰੈਸ ਫੈਕਟਰ ਉਹਨਾਂ ਦੇ ਉੱਪਰ ਬਹੁਤ ਜ਼ਿਆਦਾ ਹੁੰਦਾ। ਸਟ੍ਰੈਸ ਫੈਕਟਰ ਇੱਕ ਇਹੋ ਜਿਹੀ ਚੀਜ਼ ਹੈ ਜਿਹਦੇ ਨਾਲ ਕਿ ਅੱਜ ਕੱਲ੍ਹ ਅੰਡੇਦਾਨੀ ਦੇ ਵਿੱਚ ਜਿਹੜੇ ਅੰਡੇ ਬੰਨੇ ਹੁੰਦੇ ਨੇ ਉਹ ਨਹੀਂ ਬਣ ਪਾਉਂਦੇ, ਜਿਹਨੂੰ ਕਿ ਅਸੀਂ PCOD ਦਾ ਨਾਮ ਦਿੱਤਾ ਜਾਂਦਾ ਹੈ, ਜਿਹਨੂੰ ਅਸੀਂ ਕਹਿੰਦੇ ਹਾਂ ਪੋਲੀਸਿਸਟਿਕ ਓਵੇਰੀਅਨ ਡਿਜ਼ੀਜ਼ਸ। ਇਹ ਸਭ ਤੋਂ ਜ਼ਿਆਦਾ ਜਿਹਨੂੰ ਕਹਿੰਦੇ ਨੇ ਕਾਮਨ ਬਿਮਾਰੀ ਹੈ ਇਨਫਰਟੀਲਿਟੀ ਦੇ ਵਿੱਚ, ਜਿਹਦੇ ਕਰਕੇ ਕਿ ਬੱਚਾ ਨਹੀਂ ਹੁੰਦਾ। ਇਸ ਤੋਂ ਇਲਾਵਾ ਬਾਂਝਪਨ, ਇਸ ਕਰਕੇ ਬਾਂਝਪਨ ਸਪੋਜ਼ਿੰਗ ਕਈ ਵਾਰ ਹੁੰਦਾ ਕਿ ਹਾਂ ਅਸੀਂ ਟਿਊਬਾਂ ਚੈੱਕ ਕਰਾਈਆਂ, ਟਿਊਬਾਂ ਚੈੱਕ ਜਦੋਂ ਕਰਾਈਆਂ ਤਾਂ ਟਿਊਬਾਂ ਨਿਕਲੀਆਂ ਕਿ ਹਾਂ ਅੰਦਰੋਂ ਬੰਦ ਪਈਆਂ ਨੇ ਟਿਊਬਾਂ, ਤੇ ਇਹ ਪੇਸ਼ੈਂਟ ਸੋਚ ਕੇ ਘਬਰਾ ਜਾਂਦਾ ਕਿ ਟਿਊਬਾਂ ਬੰਦ ਨੇ ਜੀ, ਹੁਣ ਅਸੀਂ ਸਾਡੇ ਤਾਂ ਬੱਚਾ ਹੋ ਹੀ ਨਹੀਂ ਸਕਦਾ। ਐਸੀ ਕੋਈ ਗੱਲ ਨਹੀਂ ਹੈਗੀ। ਜੇ ਟਿਊਬਾਂ ਬੰਦ ਨੇ, ਅੰਡਾ ਨਹੀਂ ਬਣ ਰਿਹਾ ਜਾਂ ਬੱਚੇਦਾਨੀ ਦੇ ਅੰਦਰ ਕੋਈ ਰਸੌਲੀ ਹੈਗੀ ਹੈ, ਇਹਨਾਂ ਸਾਰੀਆਂ ਚੀਜ਼ਾਂ ਦਾ ਇਲਾਜ ਹੈਗਾ। ਇਹ ਸਾਰੀ ਚੀਜ਼ਾਂ ਦਾ ਇਲਾਜ ਸਾਡੇ ਕੋਲ ਇੱਕੋ ਹੀ ਰਸਤੇ ਦੇ ਥਰੂ ਹੈਗਾ ਜਿਹਨੂੰ ਕਿ ਲੈਪਰੋਸਕੋਪੀ ਕਹਿੰਦੇ ਨੇ। ਲੈਪਰੋਸਕੋਪੀ ਦੇ ਦੌਰਾਨ ਅਸੀਂ ਜਿਹੜੀਆਂ ਟਿਊਬਾਂ ਬਲੌਕ ਹੈਗੀਆਂ ਨੇ ਤੇ ਕਿਸ ਲੈਵਲ ਤੇ ਬਲੌਕ ਹੈਗੀਆਂ ਨੇ ਟਿਊਬਾਂ, ਉਹ ਸਾਰੀਆਂ ਖੋਲ ਦਿੱਤੀਆਂ ਜਾਂਦੀਆਂ ਨੇ। ਤੇ ਨਾਲ ਜਿਹੜੀ ਅੰਡੇਦਾਨੀਆਂ ਦੇ ਵਿੱਚ ਜਿਹੜੀਆਂ ਗੱਠਾਂ ਹੈਗੀਆਂ ਨੇ ਜਿਹਨੂੰ ਅਸੀਂ ਕਹਿੰਦੇ ਆ ਪੋਲੀਸਿਸਟਿਕ ਛੋਟੇ ਪਾਣੀ ਦੀ ਗੱਠਾਂ ਨੇ, ਉਹ ਸਾਰੀਆਂ ਦੀ ਲੈਪਰੋਸਕੋਪੀ ਦੇ ਦੌਰਾਨ ਉਹਨਾਂ ਦੀ ਡ੍ਰਿਲਿੰਗ ਕੀਤੀ ਜਾਂਦੀ ਹੈ। ਡ੍ਰਿਲਿੰਗ ਕਰਨ ਤੋਂ ਬਾਅਦ ਉੱਥੋਂ ਰਸਤਾ ਇੰਨਾ ਖੋ ਜਾਂਦਾ ਕਿ ਹਾਂ ਉਹਦੇ ਵਿੱਚ ਅੰਡੇ ਪ੍ਰੋਪਰਲੀ ਨਿਕਲਣੇ ਸ਼ੁਰੂ ਹੋ ਜਾਣ। ਇਸ ਤੋਂ ਇਲਾਵਾ ਜੇ ਬੱਚੇਦਾਨੀ ਦੇ ਅੰਦਰ ਕੋਈ ਰਸੌਲੀ ਹੈਗੀ ਹੈ, ਛੋਟੀ ਮੋਟੀ ਰਸੌਲੀ ਪਈ ਹੈ, ਜਾਂ ਬੱਚੇਦਾਨੀ ਦੇ ਮੂੰਹ ਤੇ ਕੋਈ ਛੋਟੀ ਮੋਟੀ ਰਸੌਲੀ ਪਈ ਹੈ, ਉਹਨੂੰ ਵੀ ਅਸੀਂ ਨੀਚੋਂ ਜਿਹਨੂੰ ਕਿ ਕਹਿੰਦੇ ਨੇ ਦੂਰਬੀਨ ਹਿਸਟੈਰੋਸਕੋਪੀ ਜਿਹਨੂੰ ਕਹਿੰਦੇ ਆ, ਉਹਦੇ ਦੌਰਾਨ ਅਸੀਂ ਉਹ ਰਸੌਲੀ ਛੋਟੀ ਮੋਟੀ ਅੰਦਰੋਂ ਕੱਢ ਸਕਦੇ ਹਾਂ ਤੇ ਨੀਚੋਂ ਅਸੀਂ ਰਸਤਾ ਪੂਰਾ ਖਾਲੀ ਕਰ ਸਕਦੇ ਹਾਂ ਤਾਂ ਕਿ ਕਪਲ ਨੂੰ ਇਹ ਪ੍ਰੋਬਲਮ ਅੱਗੇ ਜਾ ਕੇ ਨਾ ਆਵੇ। ਡਾਕਟਰ IVF ਜਿਹਨੂੰ ਟੈਸਟ ਟਿਊਬ ਬੇਬੀ ਵੀ ਕਹਿੰਦੇ ਹਨ, ਕੀ ਹੁੰਦਾ ਹੈ? IVF ਮੈਂ ਕਹੂੰਗੀ ਕਿ IVF ਇਜ਼ ਅ ਨਿਊ ਟੈਕਨੋਲੋਜੀ। ਹੁਣ ਇਹ ਨਹੀਂ ਕਹੂੰਗੀ ਕਿ ਮੈਂ ਨਿਊ, ਖੈਰ ਬਹੁਤ ਸਾਲਾਂ ਤੋਂ ਚੱਲ ਰਹੀ ਹੈ। IVF ਬੇਸਿਕਲੀ ਇਟਸ ਇਨ ਵਿਟਰੋ ਫਰਟੀਲਾਈਜੇਸ਼ਨ, ਠੀਕ ਹੈ, ਜਿਹਨੂੰ ਕਿ ਅਸੀਂ ਆਪਣੀ ਨੌਲੇਜ ਦੇ ਵਿੱਚ ਆਪਣੀ ਲੈਂਗੁਏਜ ਕਹਿੰਦੇ ਹਾਂ ਟੈਸਟ ਟਿਊਬ ਬੇਬੀ। ਇਹਦੇ ਵਿੱਚ ਕੀ ਹੁੰਦਾ ਕਿ ਸਪੋਜ਼ਿੰਗ ਸਾਡੇ ਕੋਲ ਅਸੀਂ ਦੇਖ ਲਿਆ ਕਿ ਬੱਚੇਦਾਨੀ ਦੇ ਵਿੱਚ ਕੋਈ ਪ੍ਰੋਬਲਮ ਹੈਗੀ ਹੈ ਜਾਂ ਜਿਹੜੀਆਂ ਟਿਊਬਾਂ ਨੇ ਉਹ ਪੂਰੀਆਂ ਬੰਦ ਨੇ, ਉਹਦਾ ਸਾਰਾ ਟ੍ਰੀਟਮੈਂਟ ਹੋ ਗਿਆ ਲੇਕਿਨ ਉਹ ਫਿਰ ਵੀ ਨਹੀਂ ਖੁੱਲ ਰਹੀਆਂ ਹੈਗੀਆਂ, ਜਾਂ ਹੋ ਸਕਦਾ ਕਿ ਜਿਹੜਾ ਮੇਲ ਪਾਰਟਨਰ ਹੈ ਉਹਦੇ ਕੀਟਾਣੂ ਹੈ ਹੀ ਨਹੀਂ ਹੈਗੇ। ਉਹਨਾਂ ਚੀਜ਼ਾਂ ਦੇ ਵਿੱਚ, ਉਹਨਾਂ ਕੇਸਿਸ ਦੇ ਵਿੱਚ IVF ਇਜ਼ ਦੀ ਮੋਸਟ ਕਾਮਨ ਪ੍ਰੋਸੀਜਰ ਜਿਹੜਾ ਕਿ ਅਸੀਂ ਰੂਟੀਨਲੀ ਕਰਦੇ ਹਾਂ। ਉਹਦੇ ਵਿੱਚ ਇਹ ਹੁੰਦਾ ਕਿ ਹਾਂ IVF ਦੇ ਵਿੱਚ ਇਹ ਹੁੰਦਾ ਕਿ ਬਾਹਰੋਂ ਇੱਕ ਅਸੀਂ ਪਹਿਲਾਂ ਜਿਹੜੀ ਲੇਡੀ ਆ ਉਹਦਾ ਪ੍ਰੋਪਰਲੀ ਅੰਡਾ ਬਣਾਇਆ ਜਾਂਦਾ ਹੈ, ਅੰਡਾ ਉਹਦਾ ਫੁੱਟਿਆ ਜਾਂਦਾ ਹੈ, ਫੁੱਟਣ ਤੋਂ ਬਾਅਦ ਉਹਦਾ ਅੰਡਾ ਅਸੀਂ ਕਲੈਕਟ ਕਰਦੇ ਹਾਂ ਤੇ ਜਿਹੜਾ ਮੇਲ ਪਾਰਟਨਰ ਹੈ ਉਹਦਾ ਲੈ ਕੇ ਸੀਮਨ ਲੈ ਕੇ ਤੇ ਉਧਰੋਂ ਉਹਦਾ ਤਿਆਰ ਕਰਕੇ ਦੋਨਾਂ ਨੂੰ ਬਾਹਰ ਇੱਕ ਲਗਾ ਲਓ ਕਿ ਇੱਕ ਬੱਚਾ ਬਣਾਇਆ ਜਾਂਦਾ ਹੈ, ਐਂਬਰੀਓ ਬਣਾਇਆ ਜਾਂਦਾ ਹੈ ਮਾਈਕਰੋਸਕੋਪ ਦੇ ਅੰਦਰ। ਜਦੋਂ ਤਿਆਰ ਹੋਣ ਤੋਂ ਬਾਅਦ ਉਹ ਔਰਤ ਦੇ ਸਰੀਰ ਦੇ ਵਿੱਚ ਨੀਚੋਂ ਦੀ ਪਾਇਆ ਜਾਂਦਾ ਹੈ, ਅੰਦਰ ਧਰ ਦਿੱਤਾ ਜਾਂਦਾ ਹੈ। ਉਸ ਤੋਂ ਬਾਅਦ ਫਿਰ ਉਹਨੂੰ ਡਿਵੈਲਪਮੈਂਟ ਲਈ ਲਗਾ ਲਓ ਕਿ ਅੱਗੇ ਚੱਲਦਾ ਰਹਿੰਦਾ ਉਹਦਾ ਪ੍ਰੋਸੈਸ। ਇਹਨੂੰ ਬੇਸਿਕਲੀ ਇੱਕ ਨੌਲੇਜ, ਇੱਕ ਕਾਮਨ ਵਰਡ ਜਿਹਨੂੰ ਅਸੀਂ ਕਹਿੰਦੇ ਇਹਨੂੰ IVF ਕਹਿੰਦੇ ਨੇ। ਇਹ ਤੇ ਸੀ ਡਾਕਟਰ ਰਮਨ ਤੇ ਡਾਕਟਰ ਰਿਮੀ ਸਿੰਗਲਾ ਜਿਨ੍ਹਾਂ ਨੇ ਸਾਨੂੰ ਲੈਪਰੋਸਕੋਪੀ ਤੇ ਬਾਂਝਪਨ ਦੇ ਬਾਰੇ ਚ ਦੱਸਿਆ। ਹੁਣ ਅਸੀਂ ਗੱਲਬਾਤ ਕਰਾਂਗੇ ਡਾਕਟਰ ਹਰਸ਼ਬੀਰ ਸਿੰਘ ਪੰਨੂ ਦੇ ਨਾਲ, ਜਿਹੜੇ ਕਿ ਸਾਨੂੰ ਜਾਣਕਾਰੀ ਦੇਣਗੇ ਹਾਰਟ ਡਿਜ਼ੀਜ਼ ਦੇ ਬਾਰੇ ਚ। ਸਰ, ਸਭ ਤੋਂ ਪਹਿਲਾਂ ਮੈਂ ਤੁਹਾਡੇ ਤੋਂ ਪੁੱਛਣਾ ਚਾਹਾਂਗੀ ਕਿ ਹਿੰਦੁਸਤਾਨ ਦੇ ਵਿੱਚ ਹਾਰਟ ਡਿਜ਼ੀਜ਼ ਜਿਹੜੀ ਹੈ ਉਹ ਦੇਖਣ ਚ ਆਇਆ ਹੈ ਕਾਫੀ ਵੱਧ ਰਹੀ ਹੈ। ਇਹਦੇ ਕੀ ਰੀਜ਼ਨ ਹੈ ਕਿ ਇਹ ਬਿਮਾਰੀ ਵੱਧਦੀ ਜਾ ਰਹੀ ਹੈ? ਹਾਰਟ ਡਿਜ਼ੀਜ਼ ਹਿੰਦੁਸਤਾਨ ਦੇ ਵਿੱਚ ਵਧਣ ਦੇ ਦੋ ਮੇਜਰ ਰੀਜ਼ਨ ਹੈਗੇ ਨੇ। ਇੱਕ ਰੀਜ਼ਨ ਹੈ ਐਨਵਾਇਰਨਮੈਂਟਲ, ਜਿਹੜਾ ਕਿ ਬਾਹਰਲੇ ਫੈਕਟਰਸ ਕਰਕੇ ਹੈ। ਦੂਜਾ ਰੀਜ਼ਨ ਹੈ ਇਨਹੈਰੈਂਟ, ਜਿਹੜਾ ਕਿ ਇਨਸਾਨ ਦੇ ਵਿੱਚ ਹੁੰਦਾ ਹੈ। ਬਾਹਰਲੇ ਫੈਕਟਰਸ ਹਿੰਦੁਸਤਾਨ ਦੇ ਵਿੱਚ ਇਸ ਲਈ ਵੱਧ ਰਹੇ ਨੇ ਕਿਉਂਕਿ ਸਾਡਾ ਮੁਲਕ ਇੱਕ ਫੇਜ਼ 'ਚੋਂ ਲੰਘ ਰਿਹਾ ਹੈ ਜਿਹਨੂੰ ਇੰਡਸਟਰੀਅਲਾਈਜੇਸ਼ਨ ਕਹਿੰਦੇ ਨੇ। ਕਿਸੇ ਵੀ ਮੁਲਕ ਦੇ ਵਿੱਚ, ਦੁਨੀਆ ਦੇ ਵਿੱਚ ਜਿਹਦੇ 'ਚ ਹਾਰਟ ਦੀ ਬਿਮਾਰੀ ਵੱਧਦੀ ਹੈ, ਇੰਡਸਟਰੀਅਲਾਈਜੇਸ਼ਨ ਦੇ ਨਾਲ ਜ਼ਿਆਦਾ ਵੱਧਦੀ ਹੈ। ਇਹਦੇ ਕਈ ਫੈਕਟਰਸ ਹੁੰਦੇ ਨੇ। ਸਰਵਾਈਵਲ ਆਫ ਦਾ ਫਿਟੈਸਟ ਦੀ ਇੱਕ ਰੇਸ ਲੱਗੀ ਹੋਈ ਹੈ, ਸਟ੍ਰੈਸ ਔਰ ਸਟ੍ਰੇਨ ਪਿਆ ਹੋਇਆ ਇਨਸਾਨਾਂ ਦੇ ਉੱਤੇ, ਕੰਪੀਟੀਟਿਵਨੈਸ ਵਧੀ ਹੋਈ ਹੈ, ਘੱਟ ਰਿਸੋਰਸਿਸ ਦੇ ਵਿੱਚ ਜ਼ਿਆਦਾ ਐਫੀਸ਼ੀਐਂਸੀ ਔਰ ਜ਼ਿਆਦਾ ਐਕਸੈਪਟੈਂਸ ਦੀ ਪ੍ਰੋਬਲਮ ਹੋਈ ਹੈ ਲੋਕਾਂ ਨੂੰ। ਇਸ ਕਰਕੇ ਇਹਨਾਂ ਨੂੰ ਐਨਵਾਇਰਨਮੈਂਟਲ ਫੈਕਟਰਸ ਕਿਹਾ ਜਾਂਦਾ ਹੈ ਔਰ ਇਹ ਇੱਕ ਪਾਰਟ ਆਫ ਇੰਡਸਟਰੀਅਲਾਈਜੇਸ਼ਨ ਹੈ, ਜਿਸ ਪ੍ਰੋਸੈਸ ਦੇ ਕਰਕੇ ਐਨਵਾਇਰਨਮੈਂਟਲ ਫੈਕਟਰਸ
ਹਾਰਟ ਦੇ ਉੱਤੇ ਨੈਗੇਟਿਵ ਇੰਪੈਕਟ ਕਰਕੇ ਹਾਰਟ ਦੀ ਬਿਮਾਰੀ ਨੂੰ ਵਧਾਉਂਦੇ ਨੇ। ਦੂਸਰੇ ਜਿਹੜੇ ਹਨ ਉਹ ਇਨਹੈਰੈਂਟ ਫੈਕਟਰਸ ਹੁੰਦੇ ਨੇ, ਜਿਹੜੇ ਕਿ ਇਨਸਾਨ ਦੇ ਵਿੱਚ ਆਲਰੇਡੀ ਜਨਮ ਤੋਂ ਹੀ ਐਗਜ਼ਿਸਟੈਂਟ ਹੁੰਦੇ ਨੇ, ਜਿਹਦੇ ਕਰਕੇ ਉਹਨੂੰ ਹਾਰਟ ਡਿਜ਼ੀਜ਼ ਹੋ ਜਾਂਦਾ ਹੈ। ਉਹਦੀਆਂ ਦੋ ਮੇਨ ਕਿਸਮਾਂ ਹਨ। ਇੱਕ ਹੈ ਕਿ ਹਾਰਟ ਦੀ ਬਣਤਰ ਦੇ ਵਿੱਚ ਨੁਕਸ ਹੈ, ਹਾਰਟ ਦੇ ਵਿੱਚ ਹੋਲ ਹੈ ਜਾਂ ਹਾਰਟ ਦਾ ਕੋਈ ਵੈਲਵ ਖਰਾਬ ਹੋ ਗਿਆ ਹੈ ਬਿਮਾਰੀ ਕਰਕੇ ਜਾਂ ਜਮਾਂਦਰੂ ਤੌਰ 'ਤੇ ਖਰਾਬ ਹੈਗਾ। ਦੂਸਰਾ ਹੈਗਾ ਇੱਕ ਜੀਨ, ਜਿਹਨੂੰ ਇੱਕ ਥ੍ਰਿਫਟੀ ਜੀਨ ਥਿਓਰੀ ਕਹਿੰਦੇ ਨੇ। ਇਹ ਸਾਡੇ ਹਿੰਦੁਸਤਾਨੀਆਂ ਦੇ ਵਿੱਚ ਸ਼ਾਇਦ ਬਾਕੀ ਨਸਲਾਂ ਨਾਲੋਂ ਜ਼ਿਆਦਾ ਹੈਗਾ। ਇਹ ਜੀਨ ਦੀ ਪ੍ਰੈਜ਼ੈਂਸ ਸਾਰੇ ਲੋਕਾਂ ਦੇ ਵਿੱਚ ਨਹੀਂ ਹੁੰਦੀ। ਐਲਫਾ ਲਾਈਪੋਪ੍ਰੋਟੀਨੀਮੀਆ ਕੁਝ ਲੋਕਾਂ ਦੇ ਵਿੱਚ ਪਾਇਆ ਜਾਂਦਾ ਹੈ, ਔਰ ਜਿਨ੍ਹਾਂ ਲੋਕਾਂ 'ਚ ਹੈ ਉਹਨਾਂ ਦੇ ਚਾਂਸਸ ਹਾਰਟ ਦੀ ਬਿਮਾਰੀ ਹੋਣ ਦੇ ਚਾਂਸਸ ਜ਼ਿਆਦਾ ਹੁੰਦੇ ਨੇ ਬਾਕੀਆਂ ਨਾਲੋਂ। ਸਰ ਹਾਰਟ ਡਿਜ਼ੀਜ਼ ਜਾਂ ਹਾਰਟ ਅਟੈਕ ਹੋਣ ਦੇ ਕੀ ਲੱਛਣ ਹੁੰਦੇ ਹਨ? ਹਾਰਟ ਦੀ ਜਿਹੜੀ ਬਿਮਾਰੀ ਹੈ ਇੱਕਦਮ ਕਦੇ ਟੁੱਟ ਕੇ ਨਹੀਂ ਪੈਂਦੀ। ਬਹੁਤ ਰੇਅਰ ਹੁੰਦਾ ਹੈ ਕਿ ਹਾਰਟ ਦੀ ਬਿਮਾਰੀ ਇੱਕਦਮ ਕਿਸੇ ਨੂੰ ਟੁੱਟ ਕੇ ਪੈ ਗਈ ਔਰ ਇਨਸਾਨ ਖਤਮ ਹੋ ਗਿਆ। ਹਮੇਸ਼ਾ ਹਾਰਟ ਦੀ ਬਿਮਾਰੀ ਕੁਛ ਨਾ ਕੁਛ ਵਾਰਨਿੰਗ ਸਾਈਨਸ ਔਰ ਵਾਰਨਿੰਗ ਸਿੰਪਟਮਸ ਦਿੰਦੀ ਹੈ। 90% ਆਫ ਹਾਰਟ ਪੇਸ਼ੈਂਟਸ ਇਹ ਵਾਰਨਿੰਗ ਸਾਈਨਸ ਔਰ ਸਿੰਪਟਮਸ ਨੂੰ ਇਗਨੋਰ ਕਰਦੇ ਹਨ। ਸੋ ਮੈਂ ਇਸ ਪ੍ਰੋਗਰਾਮ ਦੇ ਵਿੱਚ ਜਨਤਾ ਤੱਕ ਇਹੀ ਪਹੁੰਚਾਉਣਾ ਚਾਹੂੰਗਾ ਕਿ ਵਾਰਨਿੰਗ ਸਿੰਪਟਮਸ ਔਰ ਸਾਈਨਸ ਨੂੰ ਇਗਨੋਰ ਨਹੀਂ ਕਰਨਾ ਚਾਹੀਦਾ। ਇਹਦੇ ਇੰਪੋਰਟੈਂਟ ਵਾਰਨਿੰਗ ਸਾਈਨਸ ਹੁੰਦੀਆਂ ਨੇ। ਛਾਤੀ ਦੇ ਖੱਬੇ ਪਾਸੇ ਕੋਈ ਇੱਕ ਪਾਰਟਿਕੂਲਰ ਪੁਆਇੰਟ ਤੇ ਨਹੀਂ, ਪੂਰੇ ਹਿੱਸੇ ਦੇ ਵਿੱਚ ਦਬਾਅ ਮਹਿਸੂਸ ਹੋਣਾ, ਘੁੱਟਣ ਮਹਿਸੂਸ ਹੋਣਾ, ਤਿੱਖਾ ਦਰਦ ਨਹੀਂ ਹੁੰਦਾ ਕਦੇ। ਜਿਹੜਾ ਦਰਦ ਤਿੱਖਾ ਹੈ, ਬਹੁਤ ਤੇਜ਼ ਹੈ, ਉਹ ਆਮ ਤੌਰ ਤੇ ਹਾਰਟ ਦਾ ਸਿੰਪਟਮ ਨਹੀਂ ਹੁੰਦਾ ਅੰਟਿਲ ਐਂਡ ਅਨਲੈਸ ਮਰੀਜ਼ ਨੂੰ ਇੰਨਾ ਜ਼ਬਰਦਸਤ ਅਟੈਕ ਹੋ ਗਿਆ ਹੋਏ ਕਿ ਬਹੁਤ ਜ਼ਿਆਦਾ ਦਰਦ ਕਦੇ ਹੋ ਜਾਂਦਾ ਹੈ। ਸੋ ਦਬਾਅ ਜਿਹਾ, ਭਾਰ ਜਿਹਾ ਮਹਿਸੂਸ ਹੁੰਦਾ ਹੈ ਖੱਬੇ ਪਾਸੇ ਇਸ ਹਿੱਸੇ ਦੇ ਵਿੱਚ। ਔਰ ਜੇ ਕਿਤੇ ਇੱਥੇ ਜ਼ਬਾਨ ਨੂੰ ਫੜਦਾ ਲੱਗੇ ਜਾਂ ਬਾਂਹ ਦੇ ਅੰਦਰਲੇ ਪਾਸੇ ਨੂੰ ਜਾਂਦਾ ਲੱਗੇ ਜਾਂ ਇਸ ਦੇ ਨਾਲ ਪਸੀਨਾ ਆਏ, ਇਹ ਡੈਫੀਨਿਟ ਸਿੰਪਟਮ ਹੈ ਹਾਰਟ ਡਿਜ਼ੀਜ਼ ਦਾ। ਇਸ ਨੂੰ ਇਗਨੋਰ ਨਹੀਂ ਕਰਨਾ ਚਾਹੀਦਾ। ਡਾਕਟਰ ਨੂੰ ਰਿਪੋਰਟ ਕਰਕੇ ਇਸ ਦੀ ਫਰਦਰ ਇਵੈਲੂਏਸ਼ਨ ਹੋਣੀ ਚਾਹੀਦੀ ਹੈ। ਦੂਜਾ ਇੰਪੋਰਟੈਂਟ ਸਿੰਪਟਮ ਹੈ ਸਾਹ ਚੜ੍ਹਨਾ। ਤੁਸੀਂ ਆਪਣੀ ਹਮ ਉਮਰ ਦੇ ਜਾਂ ਆਪਣੇ ਤਰੀਕੇ ਦੇ ਕੁਝ ਹੋਰ ਬੰਦਿਆਂ ਦੇ ਨਾਲ ਕੁਝ ਐਕਟੀਵਿਟੀ ਕਰ ਰਹੇ ਹੋ, ਉਹ ਠੀਕ ਠਾਕ ਹਨ ਔਰ ਤੁਹਾਨੂੰ ਸਾਹ ਚੜ੍ਹ ਗਿਆ ਹੈ, ਇਹ ਡੈਫੀਨੇਟ ਇੱਕ ਸਿੰਪਟਮ ਹੈ ਕਿ ਹਾਰਟ ਦੇ ਵਿੱਚ ਦੀ ਪੰਪਿੰਗ ਦੇ ਵਿੱਚ ਘਟੀ ਹੋਈ ਹੈ। ਔਰ ਦੂਜਾ ਬੰਦਾ ਆਰਾਮ ਨਾਲ ਕੰਮ ਕਰ ਰਿਹਾ ਔਰ ਤੁਸੀਂ ਆਰਾਮ ਨਾਲ ਕੰਮ ਕਰਦੇ ਸਾਹ ਚੜ੍ਹ ਰਿਹਾ ਹੈ, ਇਹ ਵੀ ਇੱਕ ਬੜਾ ਇੰਪੋਰਟੈਂਟ ਸਿੰਪਟਮ ਹੁੰਦਾ ਹੈ। ਤੀਜਾ ਜਿਹੜਾ ਸਭ ਤੋਂ ਭਿਆਨਕ ਕਿਸਮ ਦਾ ਸਿੰਪਟਮ ਹੈ, ਉਸ ਨੂੰ ਮੈਂ ਸਾਇਲੈਂਟ ਹਾਰਟ ਡਿਜ਼ੀਜ਼ ਕਹਿਣਾ ਹੈਗਾ। 10% ਮਰੀਜ਼ਾਂ ਦੇ ਵਿੱਚ ਹਾਰਟ ਡਿਜ਼ੀਜ਼ ਕੋਈ ਸਿੰਪਟਮ ਦਿੰਦਾ ਹੀ ਨਹੀਂ, ਔਰ ਉਹ ਸਾਇਲੈਂਟਲੀ ਹਾਰਟ ਨੂੰ ਆਹਿਸਤਾ ਪੰਪਿੰਗ ਨੂੰ 50%, 20%, 10% ਤੇ ਲੈ ਆਉਂਦਾ ਹੈ ਅਤੇ 10% ਤੇ ਇਨਸਾਨ ਸਿੱਧਾ ਮਰਨ ਕਿਨਾਰੇ ਪਹੁੰਚ ਜਾਂਦਾ ਹੈ। ਇਸ ਸਾਇਲੈਂਟ ਫਾਰਮ ਆਫ ਹਾਰਟ ਡਿਜ਼ੀਜ਼ ਨੂੰ ਡਿਟੈਕਟ ਕਰਨ ਦਾ ਦੁਨੀਆ 'ਚ ਕੋਈ ਤਰੀਕਾ ਨਹੀਂ ਹੈ, ਨਾ ਹੀ ਦੱਸਿਆ ਜਾ ਸਕਦਾ ਹੈ ਕਿ ਕਦੋਂ ਸਾਇਲੈਂਟ ਹਾਰਟ ਡਿਜ਼ੀਜ਼ ਪ੍ਰੋਗਰੈਸ ਕਰ ਰਿਹਾ ਹੈ। ਸਿਰਫ ਇੱਕੋ ਹੀ ਤਰੀਕਾ ਹੈ ਕਿ ਤੁਸੀਂ ਰੈਗੂਲਰਲੀ ਹੈਲਥ ਚੈੱਕਸ ਕਰਵਾਉਂਦੇ ਰਹੋ। ਰੈਗੂਲਰ ਪ੍ਰੀਵੈਂਟਿਵ ਹੈਲਥ ਚੈੱਕ ਦੇ ਵਿੱਚ ਸਾਇਲੈਂਟ ਹਾਰਟ ਡਿਜ਼ੀਜ਼ ਅਕਸਰ ਫੜਿਆ ਜਾਂਦਾ ਹੈ, ਔਰ ਜਿਸ ਇਨਸਾਨ ਨੂੰ ਕਦੇ ਉਹ ਸੋਚਦਾ ਨਹੀਂ ਕਿ ਮੈਨੂੰ ਕਦੇ ਤਕਲੀਫ ਹੋਈ ਹੈ, ਪਰ ਟੈਸਟਿੰਗ ਤੋਂ ਬਾਅਦ ਪਤਾ ਲੱਗ ਜਾਂਦਾ ਹੈ ਕਿ ਉਹਨੂੰ ਤਕਲੀਫ ਐਕਚੁਅਲੀ ਹੈਗੀ ਹੈ। ਸੋ ਇਹਦਾ ਪ੍ਰੀਵੈਂਸ਼ਨ ਇਜ਼ ਬੈਟਰ ਦੈਨ ਬਿਕਮਿੰਗ ਅ ਵਿਕਟਿਮ ਆਫ ਸਾਇਲੈਂਟ ਹਾਰਟ ਡਿਜ਼ੀਜ਼। ਡਾਕਟਰ ਹਰਸ਼ਪ੍ਰੀਤ, ਮੈਂ ਤੁਹਾਨੂੰ ਪੁੱਛਣਾ ਚਾਹਾਂਗੀ ਕਿ ਜੇ ਕਿਸੇ ਨੂੰ ਕੰਮ ਕਰਦੇ ਹੋਏ ਅਚਾਨਕ ਹਾਰਟ ਅਟੈਕ ਹੋ ਜਾਏ ਤੇ ਉਹਨੂੰ ਔਨ ਦਾ ਸਪੌਟ ਕੀ ਕਰਨਾ ਚਾਹੀਦਾ ਹੈ? ਹਾਰਟ ਅਟੈਕ ਪਹਿਲੀ ਗੱਲ ਤੇ ਜੇ ਸਿੰਪਟਮ ਹੈਗਾ ਹੈ, ਜਿਹੜੇ ਮੈਂ ਤੁਹਾਨੂੰ ਦੱਸੇ, ਇਹਨਾਂ 'ਚੋਂ ਕੋਈ ਸਿੰਪਟਮ ਤੁਹਾਨੂੰ ਹੈਗਾ ਹੈ ਔਰ ਇਹ ਇੱਕਦਮ ਬੈਠੇ ਡਿਵੈਲਪ ਹੋ ਗਿਆ ਹੈ ਜਾਂ ਕੋਈ ਐਕਟੀਵਿਟੀ ਕਰਦੇ ਡਿਵੈਲਪ ਹੋ ਗਿਆ ਹੈ, ਔਰ ਭਾਰ ਜਿਹੜਾ ਤੁਹਾਨੂੰ ਮੈਂ ਦੱਸਿਆ ਇੱਥੇ ਪੈਂਦਾ ਹੈ ਛਾਤੀ ਦੇ ਵਿੱਚ, ਉਹ ਵੱਧਦਾ ਚਲਾ ਜਾਂਦਾ ਹੈ। ਇੱਕ ਚੀਜ਼ ਜੋ ਇਸ ਅਟੈਕ ਦੇ ਦੌਰਾਨ ਨਹੀਂ ਕਰਨੀ, ਉਹ ਹੈ ਕਿ ਦੌੜਨਾ, ਭੱਜਣਾ ਜਾਂ ਕੁਝ ਐਕਟੀਵਿਟੀ ਜੋ ਤੁਸੀਂ ਕਰ ਰਹੇ ਹੋ ਉਹਨੂੰ ਵਧਾ ਦੇਣਾ। ਇਹ ਕੰਮ ਬਿਲਕੁਲ ਨਹੀਂ ਕਰਨਾ। ਮੋਸਟ ਇੰਪੋਰਟੈਂਟ ਗੱਲ, ਜਦੋਂ ਤੁਹਾਨੂੰ ਲੱਗਦਾ ਕਿ ਮੈਨੂੰ ਹਾਰਟ ਦੀ ਪ੍ਰੋਬਲਮ ਹੈ, ਕੁਰਸੀ ਤੇ ਬਹਿ ਜਾਓ। ਜੇ ਬੈਠ ਨਹੀਂ ਪਾਉਂਦੇ, ਕਮਜ਼ੋਰ ਮਹਿਸੂਸ ਹੁੰਦੇ ਆ, ਤੇ ਜ਼ਮੀਨ ਦੇ ਉੱਤੇ ਲਿਟ ਜਾਓ ਜਾਂ ਬੈੱਡ ਦੇ ਉੱਤੇ ਲਿਟ ਜਾਓ। ਇਹ ਲਿਟਣ ਦੇ ਨਾਲ ਹਾਰਟ ਅਟੈਕ ਜਿਹੜਾ ਕਿ ਪ੍ਰੋਗਰੈਸ ਕਰ ਰਿਹਾ ਹੈ, ਨੈਚੁਰਲ ਬਾਡੀ ਉਸ ਨੂੰ ਫਾਈਟ ਕਰਦੀ ਹੈ। ਫਾਈਟ ਕਰਕੇ ਇੱਕ ਸਟੇਜ ਹਰ ਮਰੀਜ਼ ਚਾਹੁੰਦੀ ਹੈ ਕਿ ਉਹ ਕਲੌਟ ਜਿਹੜਾ ਕਿ ਜੰਮਿਆ ਹੋਇਆ ਹੈ ਹਾਰਟ ਦੀ ਨਸ ਦੇ ਵਿੱਚੋਂ ਨਿਕਲਦਾ ਹੈ ਔਰ ਮਰੀਜ਼ ਨੂੰ ਫਿਰ ਸਾਹ ਲੈਣ ਦੀ ਟਾਈਮ ਮਿਲ ਜਾਂਦਾ ਹੈ। ਪਰ ਜੇ ਇਸ ਦੌਰਾਨ ਤੁਸੀਂ ਕੋਈ ਐਕਟੀਵਿਟੀ ਜ਼ਿਆਦਾ ਕਰ ਲਓਗੇ, ਇੱਕਦਮ ਭੱਜ ਦੌੜ ਕਰਨ ਦੀ ਕੋਸ਼ਿਸ਼ ਕਰੋਗੇ ਜਾਂ ਕਹੋ ਮੈਂ ਕਾਰ ਚਲਾ ਕੇ ਕਿਤੇ ਪਹੁੰਚ ਜਾਵਾਂ, ਤੇ ਇਹ ਇੱਕ ਬਹੁਤ ਹੀ ਨੈਗੇਟਿਵ ਇਨਫਲੂਐਂਸ ਹੋ ਸਕਦਾ ਹਾਰਟ ਦੇ ਉੱਤੇ। ਸੋ ਮੋਸਟ ਇੰਪੋਰਟੈਂਟ ਚੀਜ਼, ਜਦੋਂ ਤੁਹਾਨੂੰ ਅਟੈਕ ਹੁੰਦਾ ਹੈ, ਮੇਰੀ ਸਭ ਤੋਂ ਵੱਡੀ ਹਦਾਇਤ ਤੁਹਾਨੂੰ ਇਹ ਹੈ, ਇੱਕ ਜਗ੍ਹਾ ਬਹਿ ਜਾਓ,
थोड़ा रेस्ट करो और महसूस करो अगे की हो रहा है, अपनी नब्ज़ महसूस कर सकते हो। दूसरी गल, जे वधदा चला जाता है तो घर दे विच कोई नेड़े तुहाडे डॉक्टर, कैमिस्ट या सलाहकार या कोई पढ़िया लिखा बंदा है, उस तो एक एस्प्रिन की गोली मंग लो। हार्ट अटैक के दौरान एक एस्प्रिन की गोली इंसान की जिंदगी नूं कुछ घंटिਆਂ ਲਈ ਉਹਦੀ ਜ਼ਿੰਦਗੀ ਨੂੰ ਪ੍ਰੋਲੋਂਗ कर सकती है, जब तक वो हस्पताल पहुँचने के काबिल हो जाता है। सो एक 150 मिलीग्राम की एस्प्रिन की गोली जे तुसीं एक अद्धे गिलास पानी के नाल पी लैंदे हो तो हार्ट अटैक अबॉर्ट भी हो सकता है या हार्ट अटैक का असर घट जाएगा, जिस नाल वो कम से कम हस्पताल सही हालत में पहुँच जाएगा कि उसका फर्दर एडवांस ट्रीटमेंट किया जाए। तीसरी गल मोस्ट इंपॉर्टेंट, इमीजिएटली हार्ट एमरजेंसी नंबर ते टैलीफोन करके, जो अजकल मोबाइल फोनां ते अवेलेबल हैं, इश्तिहारां दे विच तुहानूं पता है अवेलेबल हैं, या तुसीं पुलिस नूं भी 911 ते कॉल करके किसी भी हार्ट एमरजेंसी हस्पताल दे नाल या यूनिट दे नाल कॉन्टैक्ट करके उत्थों एंबूलेंस मंगवा के जल्दी तो जल्दी मरीज़ नूं हस्पताल शिफ्ट करवा देना चाहिए है। ਇਹ ਸਨ ਡਾਕਟਰ ਹਰਸ਼ਬੀਰ ਸਿੰਘ ਪੰਨੂ ਜਿਨ੍ਹਾਂ ਨੇ ਸਾਨੂੰ ਹਾਰਟ ਡਿਜ਼ੀਜ਼ ਦੇ ਬਾਰੇ 'ਚ ਦੱਸਿਆ। ਹੁਣ ਅਸੀਂ ਗੱਲਬਾਤ ਕਰਾਂਗੇ डॉक्टर सुनैना बंसल ਦੇ ਨਾਲ जो कि एक गायनाकोलॉजिस्ट हैं। डॉक्टर सुनैना, सबसे पहले मैं आपसे पूछना चाहूँगी कि महिलाओं में कौन-कौन से कैंसर ज़्यादा पाए जाते हैं? महिलाओं में प्रमुख जो 2 कैंसर्स हैं जो सबसे ज़्यादा पाए जाते हैं भारत में, उनमें एक सर्वाइकल कैंसर यानी कि गर्भाशय के मुख का कैंसर और एक ब्रेस्ट कैंसर यानी कि स्तन कैंसर। ये दोनों कैंसर सबसे ज़्यादा कॉमन है। इसके अलावा यूट्रस यानी कि बच्चेदानी का कैंसर, ओवरीज यानी कि अंडाशय का कैंसर और जीभ के कैंसर, ये भी काफ़ी कॉमन है इंडियन लेडीज़ में। मैम, कैंसर होता क्यों है? क्या रीज़न होते हैं कैंसर होने के और इसको रोकने के कोई उपाय हैं? कैंसर क्यों बनता है? हमारे बॉडी में जो सेल्स होते हैं वो हर पल बनते रहते हैं और टूटते रहते हैं। ये जो प्रोसेस है ये बहुत ही फाइन कंट्रोल के अंडर होता है, जो कि सेल्स में से एंजाइम्स और प्रोटीन्स उसे नियंत्रित करते हैं। अगर कभी किसी वजह से यह नियंत्रण ख़त्म हो जाता है तो सेल्स एक अनलिमिटेड प्रोलिफरेशन या बिना किसी नियंत्रण के वो बनना शुरू कर देते हैं और यह एक ट्यूमर या गांठ का फॉर्म ले लेता है, जो कि कैंसर के फॉर्म में देखी जाती है। और बचाव कुछ तरीके से पॉसिबल है। हाँ, 100% प्रिवेंशन तो पॉसिबल नहीं है, लेकिन अलग अलग कैंसर्स में अलग अलग कारण होते हैं जिनकी वजह से हम जिन्हें ध्यान में रखकर कुछ बचाव कर सकते हैं। डॉक्टर सुनैना, स्त्रियों में कैंसर के क्या क्या लक्षण पाए जाते हैं? स्त्रियों में जो कैंसर के लक्षण होते हैं इसमें मेनली रहता है कि बहुत अधिक माहवारी होना या 2 पीरियड्स के बीच में कभी भी ब्लीडिंग होना या स्पॉटिंग होना, रिलेशंस रखने के बाद कभी ब्लीडिंग होना या कोई बदबूदार पानी निकलना, ये सब कैंसर के लक्षण हो सकते हैं। स्तन कैंसर के लक्षण होते हैं किसी भी प्रकार की गांठ स्तन में होना या किसी भी प्रकार का एबनॉर्मल डिस्चार्ज होना। इसके अलावा स्किन के ऊपर, ब्रेस्ट की स्किन के ऊपर किसी प्रकार की कलर का चेंज यानी कि लालिमा या नीलापन या कालापन या स्किन का अंदर की तरफ खिंचाव होना, यह प्रमुख लक्षण होते हैं। इसके अलावा किसी भी कैंसर में लक्षण हो सकते हैं जैसे कि कहीं पर पूरे शरीर में कहीं पर भी किसी भी प्रकार की एबनॉर्मल गांठ या कहीं से एबनॉर्मल ब्लीडिंग होना, ये सब कैंसर के लक्षण हो सकते हैं। डॉक्टर सुनैना, हमारे दर्शकों को बताइए कि किन किन कारणों से कैंसर का रिस्क बढ़ जाता है? हाँ जी, देखिए एक कारण है, सबसे इम्पॉर्टेंट कारण जो है इंडिया में वो है टोबैको। तंबाकू का किसी भी प्रकार से सेवन करना, सिगरेट की फॉर्म में या बीड़ी की फॉर्म में या जर्दा या सुपारी की फॉर्म में प्रोलॉन्ग्ड यूज़ से हर प्रकार के कैंसर का रिस्क बढ़ जाता है। इसके अलावा गर्भाशय के मुख का कैंसर, जो कि इंडिया में सबसे ज़्यादा कॉमन कैंसर है इंडियन लेडीज़ में, इसका रिस्क बढ़ जाता है इन केस अगर एक से ज़्यादा अगर आपके सेक्सुअल पार्टनर्स हैं तो वो रिस्क बढ़ जाता है सर्वाइकल कैंसर का, या अगर पर्सनल हाइजीन अच्छा नहीं है उससे भी रिस्क बढ़ जाता है। स्तन कैंसर के केस में जिन लेडीज़ को प्रेगनेंसी 30 इयर्स के बाद होती है या जिनको कभी प्रेगनेंसी नहीं हुई है, उन लेडीज़ में थोड़ा रिस्क बढ़ जाता है। जिन लेडीज़ को प्रेगनेंसी हुई है लेकिन उन्होंने कभी अपने बेबी को ब्रेस्ट फीड नहीं किया है, उनमें भी स्तन कैंसर होने की शक्यता बढ़ जाती है। इसके अलावा अगर फैमिली हिस्ट्री है, अगर मदर को या सिस्टर को
या नानी को अगर ब्रेस्ट या ओवरी में कैंसर हुआ है तो भी हल्का रिस्क बढ़ जाता है। मैम, ऐसी किन किन बातों का ध्यान हम रखकर कैंसर के रिस्क को कम कर सकते हैं? देखिए, मैंने जैसे अभी बात की है कि जिन कारणों से रिस्क बढ़ जाता है, जैसे कि टोबैको का कंजप्शन बिल्कुल नहीं करना है। इसके अलावा सर्वाइकल कैंसर को प्रिवेंट करने के लिए अगर आप मोनोगामस रिलेशनशिप में रहते हैं तो आप उसे प्रिवेंट कर सकते हैं। पर्सनल हाइजीन अच्छा रखना चाहिए। उसके अलावा जैसे कि मैंने बताया कि प्रेगनेंसी 30 इयर्स की एज से पहले हो जानी चाहिए। ब्रेस्ट फीडिंग अगर आप कराती हैं तो वो भी आपको बचाव देता है कैंसर से। तो इन सब बातों का ध्यान रखना चाहिए। इसके अलावा आजकल सबसे जो ज़्यादा ज़रूरी है वो है कुछ टेस्ट्स हैं जिनके द्वारा हम कैंसर को शुरुआत की स्टेज में पकड़ सकते हैं। वो टेस्ट नियमित रूप से कराते रहने चाहिए जिनसे कि अगर कैंसर हो तो वो बहुत ही शुरुआत की स्टेज में पकड़ में आ जाए, जबकि 100% क्योर पॉसिबल होता है। ये तो थी डॉक्टर सुनैना बंसल जिन्होंने हमें बताया कि स्त्रियों में कौन कौन सी बीमारियां आम देखने को मिलती हैं। अब हम बात करते हैं डॉक्टर अंकुर आहूजा से। सबसे पहले डॉक्टर अंकुर, मैं आपसे पूछना चाहूँगी कि दिल की कौन कौन सी मुख्य बीमारियां देखने को मिलती हैं? दिल की सबसे कॉमन बीमारियां जो हैं वो तो हैं शायद शुगर और ब्लड प्रेशर ही। शुगर और ब्लड प्रेशर काफ़ी तरह से हार्ट को अफेक्ट कर सकते हैं और काफ़ी इसके ख़राब कॉन्सिक्वेंसेस भी हो सकते हैं। लेकिन इसके अलावा जो सबसे कॉमन बीमारियां हार्ट की जो अपनी है वो जिसको हम नॉर्मली कहते हैं हार्ट अटैक या एंजाइना, जो दिल की नसों में रुकावट की वजह से होता है। इसके अलावा दिल की मांसपेशियां कमज़ोर हो सकती हैं जिसको हम कार्डियोमायोपैथी कहते हैं। दिल के वॉल्व ख़राब हो सकते हैं जिसको हम मेडिकल भाषा में वाल्व रिगर्जिटेशन या स्टेनोसिस कहते हैं। या फिर दिल की धड़कन भी अब नॉर्मल हो सकती है जिसको हम नॉर्मली एरिथमियाज कह सकते हैं, जिसकी वजह से पेशेंट को चक्कर आ सकता है या कमज़ोरी लग सकती है। डॉक्टर अंकुर, हार्ट अटैक या एंजाइना के मुख्य लक्षण क्या क्या होते हैं? कॉमन लक्षण तो इसमें अगर आप एंजाइना को लेंगे, एंजाइना और हार्ट अटैक एक तरह का, एंजाइना एक शुरुआत समझ लीजिए बीमारी की जिसमें मरीज़ जब चलता है तो उसको छाती में भारीपन या दर्द हो सकता है। बहुत से लोग सोचते हैं केवल छाती में ही भारीपन होता है, ऐसा नहीं है। छाती के अलावा चाहे वो दाईं हो या बाईं तरफ हो सकता है, बाजू में हो सकता है, कंधे में हो सकता है, इवन कई बार गले या जबड़े में हो सकता है। ख़ास बात यह है कि वो चलने पर होता है। इसके अलावा चलने पर कई मरीजों को सांस की तरह से प्रॉब्लम होती है। हार्ट अटैक हम उसको कहते हैं जब वो नस की रुकावट अचानक से आती है। तो अचानक की होने की वजह से एक तो दर्द चाहे छाती चाहे बाजू गले जबड़े में ज़्यादा होता है, पसीना आता है, या अचानक से सांस फूल सकती है, पेशेंट को चक्कर आ सकती है, या कई बार इवन सडन डेथ हो सकती है। डॉक्टर, हार्ट अटैक के मरीजों के किस तरह के टेस्ट होते हैं? जब मरीज़ हमारे पास आता है तो सबसे पहले हम उसका ऑफकोर्स एक ईसीजी करते हैं, बीपी वगैरह चेक, नॉर्मल चेकअप के अलावा ईसीजी करते हैं, कुछ ब्लड टेस्ट भेजते हैं जिसमें कुछ तरह के टेस्ट होते हैं जो हमें बताते हैं। कई बार ईसीजी में चेंजेस आए बिना भी ब्लड में टेस्ट की रिपोर्ट बता सकती है कि आपको हार्ट अटैक हुआ है कि नहीं हुआ। इसके अलावा हम कई बार एंजाइना के पेशेंट में ट्रेडमिल टेस्ट जिसको बोलते हैं, जिसमें मशीन पर चला कर देखते हैं, या एकोकार्डियोग्राफी जो कि सिंपल भाषा में अब मैं बोलूँ तो दिल का अल्ट्रासाउंड है, उसको एकोकार्डियोग्राफी वाला टेस्ट करते हैं। और कई बार हमें जो है इसमें कई मरीजों में हमें एंजियोग्राफी की भी ज़रूरत पड़ती है। सर, जैसे कि आपने एंजियोग्राफी और एंजियोप्लास्टी की बात की, तो मैं चाहूँगी आप दर्शकों को डिटेल में बताएं इसके बारे में। एंजियोग्राफी एक ऐसा, पहले तो मैं क्लियर कर दूं, एंजियोग्राफी केवल एक टेस्ट है। बहुत से मरीज सोचते हैं कि एंजियोग्राफी, सबने नाम सुना है लेकिन शायद उसके बारे में बहुत कम लोगों को सही ज्ञान है। एंजियोग्राफी एक टेस्ट है, एंजियोप्लास्टी एक इलाज की विधि है। एंजियोग्राफी बहुत से लोग सोचते हैं हम शायद इसमें चीर फाड़ करते हैं या बेहोश करते हैं मरीज को, टाँके लगाते हैं, ऐसा कुछ भी नहीं है। ये सामान्य तौर पे हम जांघ के रास्ते या हम हाथ की नस के रास्ते एक इंजेक्शन जैसे सुन करके, उसके बाद एक रिफिल जैसा मोटा ट्यूब होता है जिसको हम कैथेटर बोलते हैं, उसको हम दिल की नसों में ले जाके डाई डाल के उसमें देखते हैं ब्लॉकेजेस क्या हैं। और एंजियोप्लास्टी, कई लोग इसको बैलूनिंग बोलते हैं या इसको स्टेंट डालना बोलते हैं, वो एक ही चीज़ है। जिस तरह से हम एंजियोग्राफी करते हैं उसी विधि से हम एंजियोप्लास्टी के दौरान जो हमने ब्लॉकेजेस देखे हैं उसी को हम बैलून करके स्टेंट डाल के उस ब्लॉकेज को खोल देते हैं, ताकि जिस मरीज का हार्ट अटैक हो रहा है उसका नुकसान कम से कम हो जाए, वो नस फ़ौरन खुल जाए, या फिर जिस मरीज को एंजाइना है वो एंजाइना की प्रॉब्लम उसकी ख़त्म हो जाए। जैसे कि डॉक्टर आपने नसों की रुकावट के बारे में बताया जिससे कि हार्ट अटैक की प्रॉब्लम होती है, तो क्या बॉडी का कोई और पार्ट भी है जिसमें नसों की ब्लॉकेज होती है और उसके क्या लक्षण हैं? जाहिर सी बात है, अगर हमारे शरीर में नसें होंगी तो उसमें कुछ ना कुछ बीमारी कभी भी हो सकती है। और ऐसा जैसे दिल की नसों में ब्लॉकेज है, ऐसा शरीर की किसी भी नस में कहीं पे भी हो सकता है। दिल की नसें
सॉरी नसें जो है आपके सिर में जाती हैं, सिर को खून सप्लाई करती हैं, ब्रेन को खून सप्लाई करती हैं। अगर उनमें ब्लॉकेज होता है तो हम कॉमनली एक बीमारी होती है जिसको बहुत सब लोग जानते हैं, शायद स्ट्रोक जिसे कहते हैं, और वो होता इसी वजह से है कि दिल की नसों में अचानक से ब्लॉकेज आ गया, क्लॉट आ गया। अगर यही ब्लॉकेजेस आपके गुर्दे की नस में आ जाएँ तो मरीज को कॉमनली अनकंट्रोल्ड ब्लड प्रेशर होता है। या फिर अगर पैर की नसों में कॉमनली ब्लॉकेजेस मिलते हैं जिसकी वजह से जब मरीज चलता है तो उसकी टांग में या पंजे में या पिंडली में बहुत ज़्यादा दर्द होता है, जो कि उसको रुकते ही ठीक हो जाता है। और जिस तरह से हम दिल की नसों के ब्लॉकेजेस का इलाज करते हैं, बिल्कुल उसी तरह से एंजियोग्राफी से इसका टेस्ट करके इसको एंजियोप्लास्टी द्वारा खोल भी सकते हैं, जिससे कि चाहे वो गर्दन की हो, चाहे गुर्दे की हो, चाहे पैर की नस हो। सो दर्शकों, आज हमने बात की आईवी हॉस्पिटल के डॉक्टर्स के साथ, जिन्होंने हमें अलग अलग बीमारियों और उनके इलाज के बारे में बताया। तो अब मुझे दीजिए इजाज़त। गुड बाय एंड टेक केयर।